ਸਾਡੇ YouTube ਚੈਨਲ ਸਮਾਈਲਾ ਟੈਕਟੋਰੀਅਲਸ ਵਿੱਚ ਤੁਹਾਡਾ ਸਵਾਗਤ ਹੈ। ਜੇਕਰ ਤੁਸੀਂ ਅਜੇ ਤੱਕ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਕਿਰਪਾ ਕਰਕੇ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਸਾਡੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਨਾਲ ਮਿਲਦੇ ਰਹਿਣ। ਮੈਂ ਬ੍ਰਿਜਰਾਜ ਕੰਪਿਊਟਰ ਫੈਕਲਟੀ। ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਤ 12ਵੀਂ ਪਾਠ 2 ਸੀ ਵਿੱਚ ਕੰਟਰੋਲ ਸਟੇਟਮੈਂਟ ਵਿੱਚ ਪ੍ਰੈਕਟਿਸ ਸੈਸ਼ਨ 2 ਪੜਾਂਗੇ। ਪ੍ਰੈਕਟੀਕਲ ਸੈਸ਼ਨ 1 ਵਿੱਚ ਅਸੀਂ ਡਿਸੀਜਨ ਮੇਕਿੰਗ ਸਟੇਟਮੈਂਟਸ ਬਾਰੇ ਪੜ੍ਹਿਆ ਸੀ। ਅੱਜ ਅਸੀਂ ਲੂਪਿੰਗ ਸਟੇਟਮੈਂਟ ਬਾਰੇ ਪੜਾਂਗੇ ਕਿ ਲੂਪਿੰਗ ਸਟੇਟਮੈਂਟਸ ਕੀ ਹੁੰਦੀਆਂ ਹਨ ਅਤੇ ਇਸ ਦੀਆਂ ਜਿਹੜੇ 3 ਕਿਸਮਾਂ ਹੁੰਦੀਆਂ ਨੇ ਫੋਰ ਲੂਪ, ਵਾਈਲ ਲੂਪ ਅਤੇ ਡੂ ਵਾਈਲ ਲੂਪ। ਇਹਦੇ ਬਾਰੇ ਡਿਟੇਲ ਵਿੱਚ ਪੜਾਂਗੇ ਕਿ ਇਹ ਲੂਪ ਹੁੰਦੀਆਂ ਕੀ ਨੇ, ਇਹਨਾਂ ਦੇ ਸਿੰਟੈਕਸ ਕੀ ਨੇ ਤੇ ਇਹਨਾਂ ਦੇ ਪ੍ਰੋਗਰਾਮ ਅਸੀਂ ਸੀ ਲੈਂਗੁਏਜ 'ਚ ਕਿਵੇਂ ਬਣਾ ਸਕਦੇ ਹਾਂ। ਤਾਂ ਆਓ ਦੇਖਦੇ ਹਾਂ। ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਲੂਪਿੰਗ ਹੁੰਦੀ ਕੀ ਹੈ ਤੇ ਲੂਪਿੰਗ ਕਿੰਨੇ ਕਿਸਮ ਦੀ ਹੁੰਦੀ ਹੈ। ਇਸ ਨੂੰ ਆਈਟਰੇਟਿਵ ਸਟੇਟਮੈਂਟ ਵੀ ਕਿਹਾ ਜਾਂਦਾ ਹੈ। ਇਸ ਦੀ ਵਰਤੋਂ ਕਿਸੇ ਸਟੇਟਮੈਂਟ ਜਾਂ ਹਦਾਇਤ ਨੂੰ ਬਾਰ-ਬਾਰ ਲਾਗੂ ਕਰਨ ਲਈ ਜਾਂ ਦੁਹਰਾਉਣ ਲਈ ਕੀਤੀ ਜਾਂਦੀ ਹੈ। ਮਤਲਬ ਕਿ ਜੇਕਰ ਸੀ ਲੈਂਗੁਏਜ ਤੁਸੀਂ ਕਿਸੇ ਸਟੇਟਮੈਂਟ ਨੂੰ ਬਾਰ-ਬਾਰ ਰਿਪੀਟ ਕਰਨਾ ਹੈ ਤੇ ਉਹਦੇ ਲਈ ਅਸੀਂ ਲੂਪਿੰਗ ਸਟੇਟਮੈਂਟ ਦੀ ਵਰਤੋਂ ਕਰਦੇ ਹਾਂ। ਤੇ ਦੱਸਣਾ ਚਾਹਾਂਗਾ ਕਿ ਲੂਪਿੰਗ ਸਟੇਟਮੈਂਟ 3 ਕਿਸਮ ਦੀ ਹੁੰਦੀ ਹੈ, ਫੋਰ ਲੂਪ, ਵਾਈਲ ਲੂਪ ਤੇ ਡੂ ਵਾਈਲ ਲੂਪ। ਹੁਣ ਅਸੀਂ ਇੱਕ ਇੱਕ ਕਰਕੇ ਤਿੰਨਾਂ ਬਾਰੇ ਪੜਾਂਗੇ, ਉਹਨਾਂ ਦੇ ਸਿੰਟੈਕਸ ਦੇ ਨਾਲ ਪ੍ਰੋਗਰਾਮਸ। ਤੇ ਸਭ ਤੋਂ ਪਹਿਲੇ ਆਪਾਂ ਗੱਲ ਕਰਦੇ ਹਾਂ ਫੋਰ ਸਟੇਟਮੈਂਟ ਕੀ ਕਿ ਫੋਰ ਸਟੇਟਮੈਂਟ ਕੀ ਹੈ। ਫੋਰ ਸਟੇਟਮੈਂਟ ਇੱਕ ਲੂਪਿੰਗ ਸਟੇਟਮੈਂਟ ਹੈ। ਇਸ ਦੀ ਵਰਤੋਂ ਕਿਸੇ ਸਟੇਟਮੈਂਟ ਨੂੰ ਬਾਰ-ਬਾਰ ਦੁਹਰਾਉਣ ਲਈ ਕੀਤੀ ਜਾਂਦੀ ਹੈ। ਤੁਹਾਨੂੰ ਪਹਿਲੇ ਵੀ ਦੱਸ ਚੁੱਕੇ ਹਾਂ ਕਿ ਲੂਪਿੰਗ ਸਟੇਟਮੈਂਟ ਦਾ ਕੰਮ ਕੀ ਹੁੰਦਾ, ਕਿਸੇ ਸਟੇਟਮੈਂਟ ਨੂੰ ਬਾਰ-ਬਾਰ ਦੁਹਰਾਉਣ ਲਈ ਕੀਤੀ ਜਾਂਦੀ ਹੈ। ਇੱਕ ਐਂਟਰੀ ਕੰਟਰੋਲ ਲੂਪ ਹੈ। ਐਂਟਰੀ ਕੰਟਰੋਲ ਲੂਪ ਦਾ ਮਤਲਬ ਹੈ ਕਿ ਜੇਕਰ ਕੰਡੀਸ਼ਨ ਸਹੀ ਹੈ ਤਾਂ ਲੂਪ ਲਾਗੂ ਹੋਵੇਗੀ, ਜੇਕਰ ਕੰਡੀਸ਼ਨ ਗਲਤ ਹੈ ਤਾਂ ਲੂਪ ਲਾਗੂ ਨਹੀਂ ਹੋਵੇਗੀ। ਤੇ ਸਭ ਤੋਂ ਪਹਿਲੇ ਇਹਦਾ ਸਿੰਟੈਕਸ ਦੇਖਦੇ ਹਾਂ। ਫੋਰ ਲੂਪ ਦਾ ਸਿੰਟੈਕਸ ਹੁੰਦਾ ਸਭ ਤੋਂ ਪਹਿਲਾਂ ਫੋਰ ਕੀਵਰਡ ਆਉਂਦਾ ਹੈ, ਬ੍ਰੈਕਟ ਦੇ ਅੰਦਰ ਇਨੀਸ਼ੀਅਲਾਈਜੇਸ਼ਨ, ਫਿਰ ਸੈਮੀਕੋਲਨ, ਫਿਰ ਕੰਡੀਸ਼ਨ, ਫਿਰ ਸੈਮੀਕੋਲਨ, ਲਾਸਟ 'ਚ ਅਪਡੇਸ਼ਨ ਤੇ ਕਰਲੀ ਬ੍ਰੇਸਿਸ ਦੇ ਅੰਦਰ ਬੋਡੀ ਆਫ ਲੂਪ। ਤੇ ਫੋਰ ਸਟੇਟਮੈਂਟ ਦੇ ਲਾਸਟ 'ਚ ਸੈਮੀਕੋਲਨ ਦੀ ਵਰਤੋਂ ਨਹੀਂ ਹੁੰਦੀ, ਇਹ ਧਿਆਨ ਰੱਖਣਾ। ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇਨੀਸ਼ੀਅਲਾਈਜੇਸ਼ਨ ਦੀ। ਇਨੀਸ਼ੀਅਲਾਈਜੇਸ਼ਨ ਦਾ ਅਰਥ ਹੈ ਕੰਟਰੋਲ ਵੇਰੀਏਬਲ ਨੂੰ ਸ਼ੁਰੂ ਵਾਲੀ ਕੀਮਤ ਦੇਣਾ। ਇਸ ਦਾ ਅਰਥ ਹੈ ਲੂਪ ਕਿੱਥੋਂ ਸ਼ੁਰੂ ਹੋਵੇਗੀ, ਮਤਲਬ ਕਿ ਲੂਪ ਨੂੰ ਸ਼ੁਰੂ ਕਰਨ ਲਈ ਜਿਹੜਾ ਵੈਰੀਏਬਲ ਯੂਜ਼ ਹੁੰਦਾ ਹੈ ਉਹ ਕੰਟਰੋਲ ਵੈਰੀਏਬਲ ਹੋਏਗਾ ਤੇ ਉਹਦੇ ਜਿਹੜੇ ਆਪਾਂ ਵੈਲਿਊ ਦਾਂਗੇ ਉਸ ਨੂੰ ਬੋਲਦੇ ਆ ਇਨੀਸ਼ੀਅਲਾਈਜੇਸ਼ਨ। ਮੈਂ ਸਟਾਰਟਿੰਗ ਵਾਲੀ ਵੈਲਿਊ ਮੰਨ ਲਓ ਮੈਂ ਚਾਹੁੰਦਾ ਕਿ ਮੈਨੂੰ 1 ਤੋਂ ਲੈ ਕੇ 10 ਤੱਕ ਗਿਣਤੀ ਮੈਂ ਪ੍ਰਿੰਟ ਕਰਨੀ ਹੈ ਤੇ ਮਤਲਬ i ਜਿਹੜਾ ਕੰਟਰੋਲ ਵੈਰੀਏਬਲ ਆਪਾਂ ਲਾਂਗੇ, ਮੰਨ ਲਓ i ਮੰਨ ਕੇ ਚੱਲਦੇ ਹਾਂ, ਉਹਦੀ ਵੈਲਿਊ ਹੋਏਗੀ 1। ਦੂਜਾ ਹੋਗਾ ਕੰਡੀਸ਼ਨ। ਇਸ ਦੀ ਵਰਤੋਂ ਲੂਪ ਦੀ ਕੰਡੀਸ਼ਨ ਨੂੰ ਚੈੱਕ ਕਰਨ ਲਈ ਕੀਤੀ ਜਾਂਦੀ ਹੈ। ਇਸ ਨੂੰ ਫਾਈਨਲ ਵੈਲਿਊ ਵੀ ਕਿਹਾ ਜਾਂਦਾ ਹੈ। ਫਾਈਨਲ ਵੈਲਿਊ ਕਿ ਲੂਪ ਕਿੱਥੇ ਤੱਕ ਚਲੇਗੀ। ਮੈਂ ਤੁਹਾਨੂੰ ਕਿਹਾ ਕਿ 1 ਤੋਂ ਲੈ ਕੇ 10 ਤੱਕ ਨੰਬਰ ਪ੍ਰਿੰਟ ਕਰਨੇ ਆ। 1 ਹੋ ਗਿਆ ਇਨੀਸ਼ੀਅਲਾਈਜੇਸ਼ਨ, 10 ਹੋ ਗਿਆ ਕੰਡੀਸ਼ਨ ਕਿ ਲੂਪ ਚਲੇਗੀ 10 ਤੱਕ। ਤੇ ਇਹਦੇ ਵਿੱਚ ਆਪਾਂ ਲੈਸ ਦੈਨ, ਗ੍ਰੇਟਰ ਦੈਨ ਵਗੈਰਾ ਜਿਹੜੇ ਆਪਰੇਟਰ ਹੈ, ਰਿਲੇਸ਼ਨਲ ਆਪਰੇਟਰ, ਉਹ ਵਰਤਾਂਗੇ। ਤੇ ਥਰਡ ਹੈਗਾ ਜੀ ਅਪਡੇਸ਼ਨ। ਅਪਡੇਸ਼ਨ ਦਾ ਮਤਲਬ ਹੈ ਕਿ ਕੰਟਰੋਲ ਵੈਰੀਏਬਲ ਦੀ ਕੀਮਤ ਨੂੰ ਵਧਾਉਣਾ ਜਾਂ ਘਟਾਉਣਾ। ਜੇਕਰ ਅਸੀਂ 1 ਤੋਂ ਲੈ ਕੇ 10 ਤੱਕ ਨੰਬਰ ਪ੍ਰਿੰਟ ਕਰਨੇ ਆ ਤਾਂ ਉਸ ਕੇਸ 'ਚ ਅਪਡੇਸ਼ਨ ਦੀ ਵੈਲਿਊ ਵਧੇਗੀ। ਜੇਕਰ ਆਪਾਂ ਉਲਟੀ ਗਿਣਤੀ ਪ੍ਰਿੰਟ ਕਰਨੀ ਹੈ 10 ਤੋਂ ਲੈ ਕੇ 1 ਤੱਕ ਤੇ ਉਸ ਕੇਸ ਵਿੱਚ ਜਿਹੜਾ ਕੰਟਰੋਲ ਵੈਰੀਏਬਲ ਹੈ ਉਹਦੀ ਵੈਲਿਊ ਜਿਹੜੀ ਹੈ ਉਹ ਲੈਸ ਹੋਵੇਗੀ, ਘਟੇਗੀ। ਹੁਣ ਅਸੀਂ ਫੋਰ ਲੂਪ ਨੂੰ ਇੱਕ ਪ੍ਰੋਗਰਾਮ ਦੀ ਮਦਦ ਨਾਲ ਸਮਝਦੇ ਹਾਂ। ਇੱਥੇ ਮੈਂ ਪ੍ਰੋਗਰਾਮ ਬਣਾਇਆ, ਪ੍ਰੋਗਰਾਮ ਟੂ ਪ੍ਰਿੰਟ ਨੰਬਰਸ ਫਰੋਮ 1 to 10 ਯੂਜ਼ਿੰਗ ਫੋਰ ਲੂਪ। ਮੀਨਸ ਕਿ ਜੇਕਰ ਤੁਸੀਂ 1 ਤੋਂ ਲੈ ਕੇ 10 ਤੱਕ ਨੰਬਰ ਪ੍ਰਿੰਟ ਕਰਨੇ ਨੇ, ਗਿਣਤੀ ਪ੍ਰਿੰਟ ਕਰਨੀ ਹੈ, ਉਹ ਕਿੱਦਾਂ ਕਰਾਂਗੇ। ਉਸ ਤੋਂ ਬਾਅਦ 2 ਹੈਡਰ ਫਾਈਲਸ ਹਰ ਸੀ ਪ੍ਰੋਗਰਾਮ 'ਚ ਜ਼ਰੂਰੀ ਹੁੰਦੇ ਨੇ, ਇੱਕ stdio.h ਇੱਕ conio.h। ਵੋਇਡ ਮੇਨ ਫੰਕਸ਼ਨ, ਇਸ ਤੋਂ ਬਿਨਾਂ ਸਾਡਾ ਸੀ ਦਾ ਪ੍ਰੋਗਰਾਮ ਨਹੀਂ ਬਣ ਸਕਦਾ। ਕਰਲੀ ਬ੍ਰੇਸਿਸ ਲਈਆਂ ਇੰਟ i, ਇੱਕ ਮੈਂ i ਨਾਮ ਦਾ ਵੈਰੀਏਬਲ ਡਿਕਲੇਅਰ ਕੀਤਾ ਹੈ। ਉਸ ਤੋਂ ਬਾਅਦ ਕਲੀਅਰ ਸਕਰੀਨ। ਫੋਰ ਲੂਪ ਦਾ ਸਿੰਟੈਕਸ ਤੁਹਾਨੂੰ ਦੱਸਿਆ ਸੀ ਕਿ ਫੋਰ 'ਚ ਪਹਿਲੇ ਇਨੀਸ਼ੀਅਲਾਈਜੇਸ਼ਨ ਹੁੰਦਾ ਹੈ, ਫਿਰ ਕੰਡੀਸ਼ਨ, ਫਿਰ ਅਪਡੇਸ਼ਨ ਤੇ ਕਰਲੀ ਬ੍ਰੇਸਿਸ 'ਚ ਬੋਡੀ ਆਫ ਲੂਪ। ਇੱਥੇ ਜਿਹੜਾ i ਬਰਾਬਰ 1 ਹੈ, ਇਹ ਕੀ ਹੈ ਇਨੀਸ਼ੀਅਲਾਈਜੇਸ਼ਨ। ਕਿਉਂ? ਕਿਉਂਕਿ i ਦੀ ਵੈਲਿਊ ਜਿਹੜੀ ਹੈ ਆਪਾਂ ਕਿੱਥੋਂ ਸ਼ੁਰੂ ਕਰਨੀ ਹੈ, 1 ਤੋਂ। i ਲੈਸ ਦੈਨ ਇਕੁਅਲ ਟੂ 10 ਕਿ ਜਦੋਂ ਤੱਕ i 10 ਤੋਂ ਛੋਟਾ ਹੈ ਉਦੋਂ ਤੱਕ ਵੈਲਿਊਜ਼ ਪ੍ਰਿੰਟ ਹੁੰਦੀਆਂ ਜਾਣਗੀਆਂ। ਇੱਥੇ ਲੈਸ ਦੈਨ ਇਕੁਅਲ ਟੂ ਲਗਾਇਆ, ਮਤਲਬ 10 ਵੀ ਚਲੇਗਾ। ਤੇ i ਪਲੱਸ ਪਲੱਸ ਇਸ ਦਾ ਮਤਲਬ ਹੈ ਅਪਡੇਸ਼ਨ। ਪ੍ਰਿੰਟ f ਡਬਲ ਕੋਟਸ में लिया परसेंटेज d क्यों लिया है? क्योंकि जो वेरिएबल है साडा वो इंटीजर टाइप का है। तो स्लैश टी का मतलब कि जो कोई वैल्यू प्रिंट होएगी वो 5 की स्पेस छोड़ के प्रिंट होगी, अगे आई वेरिएबल शो होगा। सब तो पहले आई की वैल्यू है 1, 1 10 तो छोटा होंगे आई प्लस प्लस। आई प्लस प्लस मतलब कि आई की वैल्यू 2 होगी। तो तुहानूं जो यूनरी ऑपरेटर कराया सी ते दस्सिया सी कि जिहड़ा पोस्टफिक्स एक्सप्रैशन है वो नैक्सट स्टैप च इंक्रीमेंट होंदा है। तो इत्थे आई की वैल्यू कितनी है 1
ਤੇ ਕਿੰਨਾ ਪ੍ਰਿੰਟ ਹੋ ਜਾਏਗਾ 1। ਤੇ ਦੁਬਾਰਾ ਕੀ ਹੋਏਗਾ, ਲੂਪ ਫਿਰ ਉੱਪਰ ਆਏਗੀ। ਹੁਣ i ਦੀ ਵੈਲਿਊ 2 ਹੋ ਜਾਏਗੀ। 2 ਕਿਉਂ ਹੋਏਗੀ, ਕਿਉਂਕਿ i++ ਨੇ ਵੈਲਿਊ ਨੈਕਸਟ ਸਟੈਪ 'ਚ ਇੰਕਰੀਮੈਂਟ ਕਰਨੀ ਹੈ। ਹੁਣ 2 ਵੀ 10 ਤੋਂ ਛੋਟਾ ਹੈ ਤੇ 2+1 3 ਹੋ ਗਿਆ। 3 ਨੈਕਸਟ ਸਟੈਪ 'ਚ ਹੋਏਗਾ ਤੇ ਹੁਣ i ਦੀ ਵੈਲਿਊ ਕਿੰਨੀ ਹੈ, ਕਰੰਟ 2, ਤੇ ਹੁਣ ਕੀ ਪ੍ਰਿੰਟ ਹੋ ਜਾਏਗਾ 2। ਪਹਿਲੇ ਪ੍ਰਿੰਟ ਹੋਇਆ ਸੀ 1, ਹੁਣ ਹੋਏਗਾ 2। ਇਸ ਤਰ੍ਹਾਂ ਲੂਪ ਚਲੇਗੀ 10 ਤੱਕ। ਜਿੱਦਾਂ ਹੀ ਵੈਲਿਊ 11 ਹੋਏਗੀ ਲੂਪ 'ਚੋਂ ਬਾਹਰ ਆ ਜਾਏਗਾ। ਜਦੋਂ ਇਸ ਪ੍ਰੋਗਰਾਮ ਨੂੰ Alt F9 ਨਾਲ ਕੰਪਾਈਲ ਤੇ Ctrl F9 ਨਾਲ ਰਨ ਕਰਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਕੁਝ ਇਸ ਤਰ੍ਹਾਂ ਜਿਹੜੀ ਆਊਟਪੁੱਟ ਹੈ ਤੁਹਾਨੂੰ ਨਜ਼ਰ ਆਵੇਗੀ। 1 ਤੋਂ ਲੈ ਕੇ 10 ਤੱਕ ਨੰਬਰ ਪ੍ਰਿੰਟ ਹੋ ਜਾਣਗੇ। ਜੇਕਰ ਤੁਸੀਂ ਚਾਹੁੰਦੇ ਹੋ ਕਿ 1 ਤੋਂ ਲੈ ਕੇ 100 ਤੱਕ ਨੰਬਰ ਪ੍ਰਿੰਟ ਕਰਨੇ ਆ, ਤੇ ਜਿੱਥੇ 10 ਲਿਖਿਆ ਇੱਥੇ ਵੀ 100 ਕਰ ਦੇਣਾ ਤੇ ਇੱਥੇ ਮੈਸੇਜ 'ਚ ਵੀ 100 ਕਰ ਦੇਣਾ। ਤੇ ਜੇਕਰ ਅਸੀਂ ਤੇ /t ਨਹੀਂ ਲਗਾਉਂਦੇ ਤੇ ਜਿਹੜੀ ਆਊਟਪੁੱਟ ਹੈ ਉਹ ਵਰਟੀਕਲੀ ਆਏਗੀ ਤੇ ਉਹਦੇ ਨਾਲ ਕੀ ਹੋਏਗਾ ਕਿ ਸਾਰੀ ਆਊਟਪੁੱਟ ਸਕਰੀਨ ਤੇ ਪ੍ਰੋਪਰ ਸ਼ੋ ਨਹੀਂ ਹੋ ਪਾਏਗੀ। ਇਸ ਕਰਕੇ /t ਲਗਾਇਆ ਜਾਵੇ ਤੇ ਪ੍ਰੋਗਰਾਮ ਦੀ ਆਊਟਪੁੱਟ ਜਿਹੜੀ ਹੈ ਤੁਹਾਨੂੰ ਇਸ ਤਰ੍ਹਾਂ ਨਜ਼ਰ ਆਵੇਗੀ ਹੋਰੀਜ਼ੋਨਟਲ ਫਾਰਮ 'ਚ। ਹੁਣ ਅਸੀਂ ਇੱਕ ਪ੍ਰੋਗਰਾਮ ਹੋਰ ਬਣਾ ਕੇ ਦੇਖਦੇ ਹਾਂ। ਪ੍ਰੋਗਰਾਮ ਟੂ ਪ੍ਰਿੰਟ ਨੰਬਰਸ ਫਰੋਮ 10 to 1 ਯੂਜ਼ਿੰਗ ਫੋਰ ਲੂਪ, ਮਤਲਬ ਰਿਵਰਸ ਲੂਪ। ਹੁਣ ਅਸੀਂ ਨੰਬਰ ਪ੍ਰਿੰਟ ਕੀਤੇ ਆ 1 ਤੋਂ ਲੈ ਕੇ 10 ਤੱਕ। ਹੁਣ ਦੇਖਾਂਗੇ 10 to 1। ਉਸੇ ਤਰ੍ਹਾਂ ਹੈਡਰ ਫਾਈਲਾਂ ਲਈਆਂ, void main ਫੰਕਸ਼ਨ ਲਗਾਇਆ, int i ਇੱਕ ਵੈਰੀਏਬਲ ਲਿਆ, ਕਲੀਅਰ ਸਕਿਨ ਲਗਾਇਆ। ਹਾਂ, ਹੁਣ ਲੂਪ ਦੇ ਧਿਆਨ ਨਾਲ ਦੇਖੋ, ਇੱਥੇ i ਦੀ ਵੈਲਿਊ ਮੈਂ ਲਈ ਹੈ 10, ਕਿ ਇਨੀਸ਼ੀਅਲਾਈਜ਼ੇਸ਼ਨ ਕਿੰਨੀ ਹੈਗੀ 10 ਤੇ ਕੰਡੀਸ਼ਨ ਕਿੰਨੀ ਹੈ ਗ੍ਰੇਟਰ ਦੈਨ ਇਕੁਅਲ ਟੂ 1, ਕਿ ਜਦੋਂ ਤੱਕ 10 1 ਤੋਂ ਵੱਡਾ ਹੈ ਤੇ i ਮਾਈਨਸ ਮਾਈਨਸ ਕਿ ਇੱਥੇ ਡਿਕਰੀਮੈਂਟ ਹੋਏਗਾ। ਤੇ printf ਬੋਡੀ ਆਫ ਲੂਪ ਹੈ। ਜੇ ਆਪਾਂ i ਦੀ ਗੱਲ ਕਰੀਏ ਤੇ i ਸਭ ਤੋਂ ਪਹਿਲੇ ਕਿੰਨਾ ਪ੍ਰਿੰਟ ਹੋਏਗਾ 10। 10 1 ਤੋਂ ਵੱਡਾ ਹੁੰਦਾ, 10 ਮਾਈਨਸ 1 ਕਿੰਨਾ ਹੋ ਗਿਆ 9। ਹੁਣ ਦੂਜੇ ਸਟੈਪ 'ਚ ਇੱਥੇ ਪ੍ਰਿੰਟ ਕਿੰਨਾ ਹੋਏਗਾ 9। ਇਸ ਤਰ੍ਹਾਂ ਜਿਹੜੀ ਲੂਪ ਹੈਗੀ ਹੈ ਕਿੱਥੇ ਤੱਕ ਚੱਲੇਗੀ, ਅਪ ਟੂ 1 ਤੱਕ। Alt F9 ਕੰਪਾਈਲ ਕੀਤਾ ਤੇ Ctrl F9 ਨਾਲ ਰਨ, ਤੇ ਹੁਣ ਇਸ ਪ੍ਰੋਗਰਾਮ ਦੀ ਆਊਟਪੁੱਟ ਕੀ ਆਏਗੀ 10 9 8 7 ਅਪ ਟੂ 1। ਤੇ ਇਸ ਪ੍ਰੋਗਰਾਮ ਨੂੰ ਤੁਸੀਂ ਕਿਸੇ ਹੋਰ ਫਿਗਰ ਨਾਲ ਵੀ ਟਰਾਈ ਕਰ ਸਕਦੇ ਹੋ। 100 ਤੋਂ ਲੈ ਕੇ 1 ਤੱਕ ਗਿਣਤੀ ਪ੍ਰਿੰਟ ਕਰਨੀ ਹੈ, 200 ਤੋਂ ਲੈ ਕੇ ਪ੍ਰਿੰਟ ਕਰਨੀ ਹੈ, ਉਹ ਤੁਸੀਂ ਇੱਥੇ ਵੈਰੀਏਬਲ ਚੇਂਜ ਕਰਨਾ ਜਿੱਥੇ ਇਨੀਸ਼ੀਅਲਾਈਜ਼ੇਸ਼ਨ ਲਈ ਹੈ। ਇੱਥੇ ਅਸੀਂ ਮਾਈਨਸ ਮਾਈਨਸ ਕਿਉਂ ਲਗਾਇਆ, ਕਿਉਂਕਿ ਲੂਪ ਰਿਵਰਸ ਚੱਲਦੀ ਪਈ ਹੈ ਤੇ ਜਦੋਂ ਲੂਪ ਸਿੱਧੀ ਚੱਲ ਰਹੀ ਹੋਵੇ ਉਦੋਂ ਅਸੀਂ ++ ਲਗਾਉਂਦੇ ਹਾਂ। ਨੈਕਸਟ ਹੈ ਵਾਈਲ ਸਟੇਟਮੈਂਟ। ਕੀ ਹੈ ਲੂਪਿੰਗ ਦੀ ਦੂਜੀ ਕਿਸਮ ਹੈ ਵਾਈਲ ਸਟੇਟਮੈਂਟ। ਇਹ ਇੱਕ ਲੂਪਿੰਗ ਸਟੇਟਮੈਂਟ ਹੈ। ਇਹ ਇੱਕ ਪ੍ਰੀ ਟੈਸਟ ਲੂਪ ਹੈ। ਇਸ ਦੀ ਵਰਤੋਂ ਕਿਸੇ ਸਟੇਟਮੈਂਟ ਨੂੰ ਬਾਰ-ਬਾਰ ਦੁਹਰਾਉਣ ਲਈ ਕੀਤੀ ਜਾਂਦੀ ਹੈ। ਵਾਈਲ ਲੂਪ ਉਦੋਂ ਤੱਕ ਕੰਮ ਕਰਦੀ ਹੈ ਜਦੋਂ ਤੱਕ ਕੰਡੀਸ਼ਨ ਸਹੀ ਹੈ। ਜਦੋਂ ਕੰਡੀਸ਼ਨ ਗਲਤ ਹੋ ਜਾਂਦੀ ਹੈ ਤਾਂ ਉਦੋਂ ਵਾਈਲ ਲੂਪ ਕੰਮ ਕਰਨਾ ਬੰਦ ਕਰ ਦਿੰਦੀ ਹੈ। ਮਤਲਬ ਜਿੱਦਾਂ ਫੋਰ ਲੂਪ ਹੈ ਉਸੇ ਤਰ੍ਹਾਂ ਵਾਈਲ ਲੂਪ ਹੈ, ਬਟ ਵਾਈਲ ਲੂਪ ਜਿਹੜੀ ਹੈ ਇੱਕ ਪ੍ਰੀ ਟੈਸਟ ਲੂਪ ਹੈ। ਤੇ ਪ੍ਰੀ ਟੈਸਟ ਲੂਪ ਦਾ ਮਤਲਬ ਹੁੰਦਾ ਹੈ ਕਿ ਕੰਡੀਸ਼ਨ ਜਿਹੜੀ ਹੈ ਉਹ ਪਹਿਲਾਂ ਚੈੱਕ ਹੁੰਦੀ ਹੈ ਤੇ ਬੋਡੀ ਆਫ ਲੂਪ ਬਾਅਦ ਵਿੱਚ ਚੱਲਦੀ ਹੈ। ਤੇ ਇਹਦਾ ਵੀ ਸਿੰਟੈਕਸ ਦੇਖਦੇ ਹਾਂ। ਇਹਦੇ ਸਿੰਟੈਕਸ ਵੀ ਉਸੇ ਤਰ੍ਹਾਂ ਹੀ ਹੈ ਜੀ ਜਿੱਦਾਂ ਇਨੀਸ਼ੀਅਲਾਈਜ਼ੇਸ਼ਨ, ਕੰਡੀਸ਼ਨ, ਅਪਡੇਸ਼ਨ, ਬਟ ਫਰਕ ਕੀ ਹੈ ਕਿ ਫੋਰ ਲੂਪ ਦੇ ਅੰਦਰ ਸਾਨੂੰ ਸਭ ਕੁਝ ਐਡਵਾਂਸ 'ਚ ਪਤਾ ਹੋਣਾ ਚਾਹੀਦਾ ਕਿ ਸਟਾਰਟਿੰਗ ਸਟੇਟਮੈਂਟ ਵਿੱਚ ਸਾਨੂੰ ਕਿੰਨੇ ਕਿ ਲੂਪ ਸ਼ੁਰੂ ਕਿੱਥੋਂ ਕਰਨੀ ਹੈ, ਖਤਮ ਕਿੱਥੇ ਕਰਨੀ ਹੈ ਤੇ ਅਪਡੇਸ਼ਨ ਉਹਦੀ ਕੀ ਹੋਏਗੀ। ਬਟ ਵਾਈਲ ਲੂਪ ਦੇ ਅੰਦਰ ਇਨੀਸ਼ੀਅਲਾਈਜ਼ੇਸ਼ਨ, ਕੰਡੀਸ਼ਨ ਤੇ ਅਪਡੇਸ਼ਨ ਇਹ ਸਾਰੀਆਂ ਅਲੱਗ-ਅਲੱਗ ਲਾਈਨਾਂ 'ਚ ਆਉਂਦੀਆਂ ਨੇ। ਤੇ ਉਸੇ ਤਰ੍ਹਾਂ ਇਨੀਸ਼ੀਅਲਾਈਜ਼ੇਸ਼ਨ ਦੀ ਡੈਫੀਨੇਸ਼ਨ ਹੈ ਕਿ ਕੰਟਰੋਲ ਵੇਰੀਏਬਲ ਸ਼ੁਰੂ ਵਾਲੀ ਕੀਮਤ ਦੇਣਾ, ਤੇ ਇਹਦਾ ਮਤਲਬ ਹੈ ਕਿ ਲੂਪ ਸ਼ੁਰੂ ਕਿੱਥੋਂ ਹੋਵੇਗੀ। ਤੇ ਕੰਡੀਸ਼ਨ ਇਹਦਾ ਮਤਲਬ ਹੈ ਕਿ ਕੰਡੀਸ਼ਨ ਚੈੱਕ ਕਰਦੀ ਹੈ ਤੇ ਇਸਨੂੰ ਫਾਈਨਲ ਵੈਲਿਊ ਵੀ ਕਿਹਾ ਜਾਂਦਾ ਹੈ ਕਿ ਲੂਪ ਕਿੱਥੇ ਤੱਕ ਚਲੇਗੀ। ਤੇ ਅਪਡੇਸ਼ਨ ਦਾ ਮਤਲਬ ਹੈ ਕਿ ਕੰਟਰੋਲ ਵੇਰੀਏਬਲ ਨੂੰ ਵਧਾਉਣਾ ਜਾਂ ਘਟਾਉਣਾ, ਕਿ ਕੰਟਰੋਲ ਵੇਰੀਏਬਲ ਦੀ ਵੈਲਿਊ ਨੂੰ ਤੁਸੀਂ ਇੰਕਰੀਮੈਂਟ ਕਰਨਾ ਜਾਂ ਡਿਕਰੀਮੈਂਟ ਕਰਨਾ। ਜਿਸ ਤਰ੍ਹਾਂ ਉੱਥੇ ਮੈਂ ਐਗਜ਼ਾਮਪਲ ਦਿੱਤੀ ਕਿ 1 ਤੋਂ ਲੈ ਕੇ 10 ਤੱਕ ਗਿਣਤੀ ਪ੍ਰਿੰਟ ਕਰਨੀ ਹੈ, ਤੁਸੀਂ 1 ਤੋਂ ਲੂਪ ਸ਼ੁਰੂ ਕਰਨੀ ਹੈ ਇਨੀਸ਼ੀਅਲਾਈਜ਼ੇਸ਼ਨ, 10 ਤੱਕ ਚੱਲਣੀ ਹੈ ਕੰਡੀਸ਼ਨ, ਤੇ ਅਪਡੇਸ਼ਨ ਦਾ ਮਤਲਬ ਕਿ ਵੈਲਿਊ ਨੂੰ ++ ਕਰਨਾ ਜਾਂ ਮਾਈਨਸ ਕਰਨਾ। ਅੱਗੇ ਅਸੀਂ ਇਹਦਾ ਪ੍ਰੋਗਰਾਮ ਪੜਾਂਗੇ ਜਿਹੜਾ ਤੁਹਾਨੂੰ ਹੋਰ ਵੀ ਚੰਗੀ ਤਰ੍ਹਾਂ ਸਮਝ ਆ ਜਾਵੇ। ਅਗਲਾ ਹੁਣ ਅਸੀਂ ਪ੍ਰੋਗਰਾਮ ਦੇਖਦੇ ਹਾਂ। ਪ੍ਰੋਗਰਾਮ ਟੂ ਪ੍ਰਿੰਟ ਫਰੋਮ 1 to 10 ਨੰਬਰਸ ਯੂਜ਼ਿੰਗ ਵਾਈਲ ਲੂਪ। ਪਹਿਲੇ ਅਸੀਂ ਫੋਰ ਲੂਪ ਪੜ੍ਹੀਏ, ਹੁਣ ਇਸੇ ਪ੍ਰੋਗਰਾਮ ਨੂੰ ਅਸੀਂ ਵਾਈਲ ਲੂਪ ਦੇ ਨਾਲ ਪੜ੍ਹਦੇ ਹਾਂ ਜਿਹੜਾ ਅਸੀਂ ਪਹਿਲੇ ਕੀਤਾ ਹੈ। ਸਟੂਡੀਓ ਦੇ ਕੋਨੇ ਨੂੰ ਹੈਡਰ ਫਾਈਲਾਂ ਲਈਆਂ, void main int i ਵੈਰੀਏਬਲ ਡਿਕਲੇਅਰ ਕੀਤਾ, ਕਲੀਅਰ ਸਕਰੀਨ i = 1। ਜਿਹੜਾ i = 1 ਹੈ ਇਸਨੂੰ ਬੋਲਦੇ ਆ ਇਨੀਸ਼ੀਅਲਾਈਜ਼ੇਸ਼ਨ। ਤੁਹਾਨੂੰ ਦੱਸਿਆ ਸੀ ਕਿ ਫੋਰ ਲੂਪ ਤੇ ਵਾਈਲ ਲੂਪ 'ਚ ਫਰਕ ਕੀ ਹੈ। ਫੋਰ ਲੂਪ ਦੇ ਵਿੱਚ ਇਨੀਸ਼ੀਅਲਾਈਜ਼ੇਸ਼ਨ, ਕੰਡੀਸ਼ਨ, ਅਪਡੇਸ਼ਨ ਤਿੰਨੋਂ ਇੱਕੋ ਲਾਈਨ 'ਚ ਆਉਂਦੇ ਨੇ, ਬਟ ਵਾਈਲ ਲੂਪ 'ਚ ਅਲੱਗ-ਅਲੱਗ ਲਾਈਨਾਂ 'ਚ ਆਉਂਦੇ ਨੇ। i = 1 ਇਨੀਸ਼ੀਅਲਾਈਜ਼ੇਸ਼ਨ ਹੈ, ਵਾਈਲ i <= 10 ਇਹ ਕੀ ਹੈ ਤੁਹਾਡੀ ਕੰਡੀਸ਼ਨ ਕਿ ਲੂਪ 10 ਤੱਕ ਚਲੇਗੀ। ਕਰਲੀ ਬ੍ਰੈਸਿਸ ਸਟਾਰਟ। ਉਸ ਤੋਂ ਬਾਅਦ printf 'ਚ ਅਸੀਂ ਕੀ ਲਿਆ ਉੱਦਾਂ ਹੀ %d/t i++। ਹੁਣ ਇਹਦੇ 'ਚ ਸਭ ਤੋਂ ਪਹਿਲੇ 1 ਹੈ, 1 10 ਤੋਂ ਛੋਟਾ ਹੈ ਤੇ 1 ਦੀ ਵੈਲਿਊ ਪ੍ਰਿੰਟ ਹੋਈ ਤੇ 1 i ਦੀ ਵੈਲਿਊ ਕਿੰਨੀ ਹੋ ਜਾਏਗੀ 1। ਫਿਰ i++, ਹੁਣ i ਹੋ ਗਿਆ 2, ਇਹ ਦੁਬਾਰਾ ਉੱਪਰ ਜਾਏਗਾ ਵਾਈਲ ਲੂਪ ਕੋਲ। ਹੁਣ 2 <= 10, ਫਿਰ 2 ਪ੍ਰਿੰਟ ਹੋਏਗਾ, 2 + 1 3, ਫਿਰ ਲੂਪ ਵਾਪਸ ਜਾਏਗੀ 3 <= 10। ਇਸ ਤਰ੍ਹਾਂ ਲੂਪ ਜਿਹੜੀ ਹੈ ਉਹ 10 ਤੱਕ ਲਾਗੂ ਹੋਵੇਗੀ।
ਜਦੋਂ ਇਸ ਪ੍ਰੋਗਰਾਮ ਨੂੰ ਅਸੀਂ Alt F9 ਨਾਲ ਕੰਪਾਈਲ ਕਰਦੇ ਹਾਂ, Control F9 ਰਨ ਕਰਦੇ ਹਾਂ ਤੇ ਸਾਡੀ ਜਿਹੜੀ ਆਊਟਪੁੱਟ ਹੈ ਉਸੇ ਤਰ੍ਹਾਂ 1 ਤੋਂ ਲੈ ਕੇ 10 ਪ੍ਰਿੰਟ ਹੋ ਜਾਏਗੀ। ਪ੍ਰੋਗਰਾਮ ਦੀ ਆਊਟਪੁੱਟ 'ਚ ਕੋਈ ਫਰਕ ਨਹੀਂ ਹੈ, ਬਟ ਸਿੰਟੈਕਸ ਵਿੱਚ ਫਰਕ ਹੈ ਕਿ ਫੋਰ ਲੂਪ ਦੇ ਅੰਦਰ ਤਿੰਨੋਂ ਚੀਜ਼ਾਂ ਇਨੀਸ਼ੀਏਲਾਈਜ਼ੇਸ਼ਨ, ਕੰਡੀਸ਼ਨ, ਅਪਡੇਸ਼ਨ ਇੱਕ ਲਾਈਨ 'ਚ ਆਉਂਦੀਆਂ ਨੇ ਤੇ ਇਹਦੇ 'ਚ ਅਲੱਗ-ਅਲੱਗ ਲਾਈਨਾਂ 'ਚ। ਹੁਣ ਅਸੀਂ ਰਿਵਰਸ ਲੂਪ ਵਾਲਾ ਪ੍ਰੋਗਰਾਮ ਵੀ ਵਾਈਲ ਲੂਪ ਨਾਲ ਬਣਾ ਕੇ ਦੇਖਦੇ ਹਾਂ, ਜਿੱਦਾਂ ਅਸੀਂ ਕੀਤਾ ਸੀ 10 to 1 ਹੁਣ ਕਰਾਂਗੇ ਯੂਜ਼ਿੰਗ ਵਾਈਲ ਲੂਪ। ਸਟੂਡੀਓ ਕੋਨੇ ਤੋਂ ਹੈਡਰ ਫਾਈਲਾਂ ਲਈਆਂ, void main ਕਰਲੀ ਬ੍ਰੇਸਿਸ ਸਟਾਰਟ int i ਕਲੀਅਰ ਸਕਰੀਨ i is equal to 10। ਹੁਣ ਇਨੀਸ਼ੀਅਲਾਈਜ਼ੇਸ਼ਨ ਜਿਹੜੀ ਹੈ ਉਹ 10 ਹੋ ਗਈ। 10 ਕਿਉਂ ਹੋਗੀ? ਕਿਉਂ ਲੂਪ ਆਪਾਂ 10 ਤੋਂ ਚਲਾਣੀ ਹੈ ਤੇ ਕਿੱਥੇ ਤੱਕ ਚਲੇਗੀ? 1 ਤੱਕ। ਤੇ ਵਾਈਲ 'ਚ ਲਗਾਇਆ ਵਾਈਲ i greater than equal to 1। ਪਹਿਲੇ ਆਪਾਂ ਲੈਸ ਦੈਨ ਲਗਾਇਆ ਸੀ, ਹੁਣ ਗ੍ਰੇਟਰ ਦੈਨ ਲਗਾਵਾਂਗੇ ਕਿਉਂਕਿ ਲੂਪ ਜਿਹੜੀ ਹੈ ਰਿਵਰਸ ਚੱਲਣੀ ਹੈ। ਕਰਲੀ ਬ੍ਰੇਸਿਸ ਸਟਾਰਟ printf %d slash t i ਮਾਈਨਸ ਮਾਈਨਸ। ਇਹਦੇ 'ਚ ਵੀ ਸਭ ਤੋਂ ਪਹਿਲੇ ਵੈਲਿਊ ਕਿੰਨੀ ਆਈ ਦੀ? 10। 10 greater than equal to 1 yes ਤੇ ਪ੍ਰਿੰਟ ਕਿੰਨਾ ਹੋ ਜਾਏਗਾ? 10 ਤੇ 10 ਮਾਈਨਸ 1 ਕਿੰਨਾ ਹੋ ਗਿਆ? 9। ਹੁਣ ਫਿਰ ਲੂਪ ਤੇ ਆਏਗਾ 9 greater than equal to 1 yes ਤੇ ਇੱਥੇ ਪ੍ਰਿੰਟ ਹੋ ਜਾਏਗਾ 9 ਤੇ ਫਿਰ 9 minus 1 8। ਇਸ ਤਰ੍ਹਾਂ ਲੂਪ ਜਿਹੜੀ ਅਪ ਟੂ 1 ਤੱਕ ਚਲੇਗੀ। ਇਸ ਪ੍ਰੋਗਰਾਮ ਨੂੰ ਜਦੋਂ ਅਸੀਂ Alt F9 ਨਾਲ ਕੰਪਾਈਲ ਕਰਾਂਗੇ, Control F9 ਰਨ ਕਰਾਂਗੇ ਤੇ ਆਊਟਪੁੱਟ ਆ ਜਾਏਗੀ 10 ਤੋਂ ਲੈ ਕੇ 1 ਤੱਕ। ਬਾਕੀ ਤੁਸੀਂ ਜਿਹੜਾ ਮਰਜ਼ੀ ਨੰਬਰ। ਡੂ ਵਾਈਲ ਸਟੇਟਮੈਂਟ ਕੀ ਹੈ? डू वाइल लूप एक पोस्ट टेस्ट लूप है, मतलब एक लूपिंग स्टेटमेंट है, पोस्ट टेस्ट लूप है। इसनू पोस्ट टेस्ट लूप इसलिए किया जाता है क्योंकि इस लूप विच जिहड़ी है बॉडी पहला एग्जीक्यूट होंदी है ते कंडीशन लास्ट विच चेक होंदी है, जबकि प्री टेस्ट विच की होंदा है कि पहले कंडीशन चेक होंदी है ते लास्ट विच बॉडी लूप चलती है। बट पोस्ट टेस्ट लूप विच पहला लूप चलती है, उस तो बाद कंडीशन चेक होंदी है। तो यार सिंटैक्स कुछ इस तरह है। सब तो पहले यार इनिशियलाइजेशन आती है, फिर डू कीवर्ड आता है, फिर कर्ली ब्रेसिस आती है, बॉडी लूप, अपडेशन ते लास्ट विच वाइल कंडीशन ते सैमीकोलन। ना ही फोर लूप लास्ट विच सैमीकोलन यूज होंदा ते ना ही वाइल च, बट डू वाइल दे विच सैमीकोलन लास्ट विच यूज होंदा। वो क्यों? क्योंकि यार जिहड़ी कंडीशन हैगी है वो लास्ट विच चेक होंदी है। एच भी इनिशियलाइजेशन उसी तरह है कि कंट्रोल वेरिएबल शुरू वाली कीमत देना। इसका अर्थ है कि लूप कितों शुरू होगी। तो कंडीशन का मतलब है कि लूप की कंडीशन चेक करनी है तो लूप कितने तक चलेगी, इसनों फाइनल वैल्यू भी कहा जाता है। तो थर्ड है अपडेशन। इसका अर्थ है कंट्रोल वेरिएबल की कीमत को बढ़ाना या घटाना, कि कंट्रोल वेरिएबल की वैल्यू को बढ़ाना या घटाना है। हूँ तुहानूं तीन लूप पढ़ाई है, फोर वाइल तो डू वाइल। फोर में दसिया है कि इनिशियलाइजेशन, कंडीशन, अपडेशन तीनों एक ही लाइन च आ जाती है, जिस करके इन्हूं एंट्री कंट्रोल लूप बोलते हैं। वाइल लूप दे विच की होंदा है कि कंडीशन, अपडेशन, इनिशियलाइजेशन सारियां अलग अलग लाइनां च आंदी है, बट वो प्री टेस्ट लूप है। वो प्री टेस्ट लूप क्यों है? क्योंकि वो कंडीशन शुरू में चेक होंदी है। तो जेकर आप गल करिए डू वाइल लूप की, ये बारे हुणे पढ़ाया है कि डू वाइल लूप एक पोस्ट टेस्ट लूप है, तो पोस्ट टेस्ट लूप में जी कंडीशन है वो सब तो लास्ट में चेक होंदी है। तो हुण असीं इस दे प्रोग्राम की मदद नाल समझांगे। जिहड़ा मर्जी नंबर ट्राई कर सकते हो। हुण असीं गल करते हैं डू वाइल लूप की। डू वाइल लूप एक पोस्ट टेस्ट लूप है, तुहानूं दस चुके हैं। ਇਹਦੇ ਮੈਂ ਕੁਆਂਟ ਲਾਈਨ 'ਚ ਲਿਖਿਆ ਪ੍ਰੋਗਰਾਮ ਟੂ ਪ੍ਰਿੰਟ ਨੰਬਰਸ ਫਰੋਮ 1 to 10 ਯੂਜ਼ਿੰਗ ਡੂ ਵਾਈਲ ਲੂਪ। ਸਟੂਡੀਓ ਕੋਨੇ ਤੋਂ ਹੈਡਰ ਫਾਈਲਾਂ ਲਈਆਂ, void main ਫੰਕਸ਼ਨ ਲਗਾਇਆ, ਕਰਲੀ ਬ੍ਰੇਸ ਲਈ int i ਕਲੀਅਰ ਸਕਰੀਨ i is equal to 1 ਕਿ i ਦੀ ਵੈਲਿਊ ਕਿੰਨੀ ਹੈਗੀ ਹੈ 1। ਤੇਰਾ ਸਿੰਟੈਕਸ ਜਿਹੜਾ i is equal to 1 ਹੈ ਇਹ ਕੀ ਹੈਗੀ ਇਨੀਸ਼ੀਅਲਾਈਜ਼ੇਸ਼ਨ, ਕਿਉਂਕਿ ਡੂ ਵਾਈਲ ਦਾ ਸਿੰਟੈਕਸ ਤੁਹਾਨੂੰ ਕਰਾਇਆ ਸੀ। ਪਹਿਲੇ ਇਨੀਸ਼ੀਅਲਾਈਜ਼ੇਸ਼ਨ ਆਉਂਦਾ, ਫਿਰ ਡੂ ਆਉਂਦਾ, ਫਿਰ ਕਰਲੀ ਬ੍ਰੇਸ ਸਟਾਰਟ, ਫਿਰ ਬੋਡੀ ਆਫ ਲੂਪ। ਬੋਡੀ ਆਫ ਲੂਪ ਮਤਲਬ ਕਿ ਜਿਹੜੀ ਪ੍ਰਿੰਟਫ ਸਟੇਟਮੈਂਟ ਤੁਸੀਂ ਲਗਾਉਣਾ ਚਾਹੁੰਦੇ ਹੋ। ਤੇ i++ ਤੁਹਾਡੀ ਕੀ ਹੈ? ਅਪਡੇਸ਼ਨ। वाइल i less than equal to 10 ਇਹ ਕੀ ਹੈ? ਕੰਡੀਸ਼ਨ। ਤੁਹਾਨੂੰ ਦੱਸਿਆ ਸੀ ਕਿ ਡੂ ਵਾਈਲ ਲੂਪ ਦੇ ਅੰਦਰ ਜਿਹੜੀ ਕੰਡੀਸ਼ਨ ਹੈ ਸਭ ਤੋਂ ਲਾਸਟ ਵਿੱਚ ਚੈੱਕ ਹੁੰਦੀ ਹੈ ਤੇ ਇਸ ਤੋਂ ਬਾਅਦ ਸੈਮੀਕੋਲਨ ਵੀ ਆਣਾ ਹੈ। i 1 ਹੈ ਤੇ 1 ਪ੍ਰਿੰਟ ਹੋ ਗਿਆ, 1 + 1 ਕਿੰਨਾ ਹੋ ਗਿਆ 2। ਵਾਈਲ i less than equal to 10 मतलब 2 less than equal to 10 ਕਿ 2 10 ਤੋਂ ਛੋਟਾ ਹੈ ਜਸ। ਫਿਰ ਡੂ ਦੇ ਅੰਦਰ ਆ ਕੇ ਹੁਣ i ਦੀ ਵੈਲਿਊ 2 ਪ੍ਰਿੰਟ ਹੋਏਗੀ, ਫਿਰ ਅੱਗੇ 2 + 1 3, 3 less than equal to 10 ਫਿਰ 3 ਪ੍ਰਿੰਟ ਹੋਏਗਾ। ਇਸ ਤਰ੍ਹਾਂ ਜਿਹੜੀ ਲੂਪ ਹੈ 1 ਤੋਂ ਲੈ ਕੇ ਜਿਹੜੀਆਂ 10 ਵੈਲਿਊਜ਼ ਹੈ ਉਹ ਪ੍ਰਿੰਟ ਹੋਣਗੀਆਂ। ਕਿੱਦਾਂ? ਜਦੋਂ ਅਸੀਂ Alt F9 ਨਾਲ ਕੰਪਾਈਲ ਕਰਾਂਗੇ, Control F9 ਨਾਲ ਰਨ ਕਰਾਂਗੇ ਤਾਂ ਤੁਹਾਡੀ ਜਿਹੜੀ ਆਊਟਪੁੱਟ ਹੈ ਕੁਝ ਇਸ ਤਰ੍ਹਾਂ ਨਜ਼ਰ ਆਵੇਗੀ। ਹੁਣ ਅਸੀਂ ਰਿਵਰਸ ਲੂਪ ਵਾਲਾ ਪ੍ਰੋਗਰਾਮ ਕਰਦੇ ਹਾਂ ਕਿ 10 ਤੋਂ ਲੈ ਕੇ 1 ਯੂਜ਼ਿੰਗ ਡੂ ਵਾਈਲ ਲੂਪ। ਸਟੂਡੀਓ ਕੋਨੇ ਤੋਂ ਹੈਡਰ ਫਾਈਲਾਂ ਲਈਆਂ, void main ਕਰਲੀ ਬ੍ਰੇਸ ਸਟਾਰਟ int i ਕਲੀਅਰ ਸਕਰੀਨ i is equal to 10। ਹੁਣ i is equal to 10 ਸਾਡਾ ਕੀ ਹੈ? ਇਨੀਸ਼ੀਅਲਾਈਜ਼ੇਸ਼ਨ। ਡੂ ਕੀਵਰਡ ਹੈ ਜਿਹੜਾ ਡੂ ਵਾਈਲ ਲੂਪ 'ਚ ਯੂਜ਼ ਹੁੰਦਾ। ਕਰਲੀ ਬ੍ਰੇਸ ਸਟਾਰਟ ਕੀਤੀ ਲੂਪ ਦੀ, printf %d slash t i ਮਾਈਨਸ ਮਾਈਨਸ ਇਹ ਕੀ ਹੈ? ਅਪਡੇਸ਼ਨ। ਤੇ printf ਕੀ ਹੈ? ਬੋਡੀ ਆਫ ਲੂਪ। ਕਰਲੀ ਬ੍ਰੇਸਿਸ ਬੰਦ, ਵਾਈਲ i greater than equal to 1 ਇਹ ਕੀ ਹੈ? ਤੁਹਾਡੀ ਕੰਡੀਸ਼ਨ, ਕਿਉਂਕਿ ਕੰਡੀਸ਼ਨ ਵਾਈਲ ਲੂਪ 'ਚ
पहला यूज होंदी है तो डू वाइल लूप विच लास्ट विच। जो i 10 है तो प्रिंट एफ च i की वैल्यू 10 शो हो जाएगी। 10 माइनस 1 कितना हो गया, 10 माइनस 1 हो गया 9। तो वाइल i ग्रेटर देन इक्वल टू 1 ਇਹਦਾ मतलब है कि 9 ਜਿਹੜਾ 1 ਤੋਂ ਵੱਡਾ ਹੈ, फिर है डू ਦੇ ਅੰਦਰ ਆਏਗਾ ਤੇ 9 ਪ੍ਰਿੰਟ ਕਰੇਗਾ। फिर 9 ਚੋਂ 1 ਘਟਾਏ ਕਿੰਨਾ ਹੋ ਗਿਆ 8, 8 1 ਤੋਂ ਵੱਡਾ ਹੁੰਦਾ ਹੈ ਜਸ, ਫਿਰ ਕਿੰਨਾ ਹੋ ਜਾਏਗਾ 8 ਪ੍ਰਿੰਟ। ਇਸ ਤਰ੍ਹਾਂ ਲੂਪ ਜਿਹੜੀ ਹੈ ਇਹ 1 ਤੋਂ ਲੈ ਕੇ ਜਿਹੜੀ ਵੈਲਿਊ ਤੁਹਾਡੀ ਪਹਿਲੇ ਚਲੀ 1 ਤੋਂ 10 ਤੱਕ ਹੁਣ ਕਿੰਨੇ ਪ੍ਰਿੰਟ ਕਰੇਗਾ, ਜਦੋਂ Alt F9 ਤੇ Control F9 ਰਨ ਕਰਾਂਗੇ 10 ਤੋਂ ਲੈ ਕੇ 1 ਤੱਕ। ਹੁਣ ਅਸੀਂ ਪ੍ਰੋਗਰਾਮ ਪੜ੍ਹੇ ਨੇ ਫੋਰ ਲੂਪ ਨਾਲ, ਵਾਈਲ ਲੂਪ ਨਾਲ ਤੇ ਡੂ ਵਾਈਲ ਲੂਪ ਨਾਲ। ਆਊਟਪੁੱਟ ਦੀ ਸੋਚੋਗੇ ਸੇਮ ਆ ਰਹੀ ਹੈ ਬਟ ਇਹਨਾਂ ਦੇ ਜਿਹੜੇ ਸਿੰਟੈਕਸ ਹੈਗੇ ਹੈ ਉਹ ਬਿਲਕੁਲ ਡਿਫਰੈਂਟ ਹੈ। ਜੇਕਰ ਇਹਨਾਂ ਪ੍ਰੋਗਰਾਮਸ ਨੂੰ ਰਨ ਕਰਨ ਦੇ ਦੌਰਾਨ ਜਾਂ ਸਮਝਣ ਦੌਰਾਨ ਕੋਈ ਦਿੱਕਤ ਆਉਂਦੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ ਜਾਂ ਆਪਣੇ ਟੀਚਰ ਦੀ ਹੈਲਪ ਲੈ ਸਕਦੇ ਹੋ। ਜੇਕਰ ਤੁਹਾਡੀ ਕੋਈ ਕੁਐਰੀ, ਕੁਐਸਚਨ ਜਾਂ ਸੁਜੈਸ਼ਨ ਹੈ ਤਾਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣਾ। ਅਤੇ ਜੇਕਰ ਤੁਸੀਂ ਅਜੇ ਤੱਕ ਮੇਰੇ ਇਸ YouTube ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਕਿਰਪਾ ਕਰਕੇ ਇਸ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਮੇਰੀਆਂ ਨਵੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ। ਧੰਨਵਾਦ।